निरंकार 12वीं पौड़ी 17वीं। पौड़ी निरंकार आकार कर जोत स्वरूप अनूप दिखाया वेद कतेब अगोचरा वाहिगुरु गुर शब्द सुनाया। वाहिगुरु जी का खालसा वाहिगुरु जी की फतेह। पौड़ी निरंकार आकार कर। ਭਾਈ ਗੁਰਦਾਸ ਜੀ 17ਵੀਂ ਪੌੜੀ ਦੇ ਵਿੱਚ ਵਾਹਿਗੁਰੂ ਗੁਰਮੰਤਰ, ਸੋ ਵਾਹਿਗੁਰੂ ਮੰਤਰ ਬਾਰੇ, ਵਾਹਿਗੁਰੂ ਬਾਰੇ ਹੁਣ ਸਮਝਾਉਂਦੇ ਹਨ। ਇੱਥੇ ਇੱਕ ਗੱਲ ਨੂੰ ਸਿੱਧ ਕਰਦੇ ਹਨ, ਦੇਖੋ ਨਿਰੰਕਾਰ ਕਿਵੇਂ ਹੈ ਤੇ ਉਹ ਸੰਸਾਰ ਵਿੱਚ ਕਿਵੇਂ ਵਰਤ ਰਿਹਾ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇੱਥੇ ਲਿਖਿਆ ਹੈ, ਨਿਰੰਕਾਰ ਆਕਾਰ ਕਰ। ਦੇਖੋ ਨਿਰੰਕਾਰ ਨਿਰਆਕਾਰ, ਜਿਹਦਾ ਕੋਈ ਆਕਾਰ ਨਹੀਂ, ਜੋ ਨਿਰਗੁਣ ਸਰੂਪ ਹੈ, ਫਾਰਮਲੈਸ ਹੈ, ਜੋ ਸਾਰੇ ਕਿਤੇ ਵਸਣ ਵਾਲਾ ਹੈ, ਉਹ ਪਰਮਾਤਮਾ ਜਿਹਨੂੰ ਜਿਹੜਾ ਕਿ ਫਾਰਮ ਧਾਰਨ ਵਿੱਚ ਸਬਜੈਕਟਡ ਨਹੀਂ ਹੈ। ਦੇਖੋ ਉਹਨੂੰ ਕੋਈ ਲੋੜ ਨਹੀਂ ਕੋਈ ਜਿਹੜਾ ਹੈ ਆਪਣਾ ਰੂਪ ਧਾਰਨ ਕਰਨ ਦੀ, ਪਰ ਦੇਖੋ ਇਸ ਕਰਕੇ ਉਹ ਨਿਰੰਕਾਰ ਹੈ। ਉਹ ਜਿਹੜਾ ਹੈ ਸਾਰੇ ਪਾਸੇ ਨਾ ਦਿਸਦਿਆਂ ਹੋਇਆਂ ਵੀ ਉਹ ਆਪਣੇ ਵਜੂਦ ਵਿੱਚ ਹੈ, ਸੋ ਉਹ ਨਿਰੰਕਾਰ ਹੈ। ਸੋ ਦੂਜਾ ਆਕਾਰ ਕਰ, ਪਰ ਇਹ ਜੀਵਾਂ ਤੇ ਤਰਸ ਕਰਕੇ। ਹੁਣ ਜੀਵ, ਆਪਾਂ ਜੀਵ ਕਿਉਂ ਆਏ ਹਾਂ? ਕਿਉਂਕਿ ਆਪਣੇ ਪਿਛਲੇ ਹਿਸਾਬ ਕਿਤਾਬ ਬਰਾਬਰ ਜਿਹੜਾ ਹਨ ਬਾਕੀ ਰਹਿੰਦੇ ਹਨ। ਹੁਣ ਉਹ ਹਿਸਾਬ ਕਿਤਾਬ ਕਿਉਂ ਬਣੇ? ਕਿਉਂਕਿ ਆਪਾਂ ਆਪਣੇ ਆਪ ਨੂੰ ਰੱਬ ਮੰਨ ਬੈਠੇ ਹਾਂ। ਕਿਉਂਕਿ ਕਰਮ ਵੀ ਆਪਾਂ ਉਦੋਂ ਹੀ ਕਰਦੇ ਹਾਂ ਨਾ ਜਿਹੜਾ ਕਿ ਆਪਾਂ ਨੂੰ ਅਗਿਆਨਤਾ ਜਦੋਂ ਹੁੰਦੀ ਹੈ, ਆਪਾਂ ਨੂੰ ਇਹ ਲੱਗਦਾ ਹੈ ਕਿ ਮੈਂ ਹੋਰ ਹਾਂ, ਰੱਬ ਪਰਮਾਤਮਾ ਹੋਰ ਹੈ। ਸੋ ਇਹਦੇ ਵਿੱਚ ਇਹ ਅਗਿਆਨਤਾ ਹੈ। ਹੁਣ ਇਹ ਅਗਿਆਨਤਾ ਦੇ ਵਿੱਚ ਆ ਕਰਕੇ ਆਪਾਂ ਕਰਮ ਕਰਦੇ ਹਾਂ, ਆਪਾਂ ਕਰਤਾ ਬਣਦੇ ਹਾਂ। ਆਪਾਂ ਪਰਮਾਤਮਾ ਦੇ ਸਾਹਮਣੇ ਇੱਕ ਹੋਰ ਉਸੇ ਹੀ ਸਥਿਤੀ ਨੂੰ, ਉਹੀ ਜਿਹੜਾ ਹੈ ਕੰਡੀਸ਼ਨ ਨੂੰ ਲੈ ਕੇ ਆਪਾਂ ਪਰਮਾਤਮਾ ਦੇ ਸ਼ਰੀਕ ਬਣ ਜਾਂਦੇ ਹਾਂ। ਆਪਾਂ ਪਰਮਾਤਮਾ ਦੇ ਸਾਹਮਣੇ ਖੜ ਜਾਵੇ, ਜੇ ਤੂੰ ਰੱਬ ਆ ਮੈਂ ਵੀ ਇਹ ਕਰ ਸਕਦਾ ਹਾਂ, ਜਿਵੇਂ ਹਰਨਾਕਸ਼ ਨੇ ਕੀਤਾ ਸੀਗਾ। ਸੋ ਆਪਾਂ ਜਿਹੜੇ ਹਾਂ ਉਦੋਂ ਆਪਣੇ ਕਰਮ ਹੁੰਦੇ ਹਨ, ਤੇ ਪਰ ਜਦੋਂ ਆਪਾਂ ਆਪਣੇ ਕਰਮ ਕਰ ਲੈਂਦੇ ਹਾਂ, ਆਪਾਂ ਅਗਿਆਨਤਾ ਵਿੱਚ ਚਲੇ ਜਾਂਦੇ ਹਾਂ, ਤਾਂ ਉਸ ਵੇਲੇ ਅਗਿਆਨਤਾ ਦੇ ਹੋਣ ਕਰਕੇ ਨਾ ਜਿਹੜਾ ਬੰਦਾ ਹਨੇਰੇ ਵਿੱਚ ਬੈਠਾ ਹੋਵੇ, ਉਹਨੂੰ ਜਿਹੜਾ ਚਾਨਣ ਦੀ ਹੁਣ ਆਸ ਕਿਵੇਂ ਹੋਵੇਗੀ? ਤੇ ਦੂਸਰੀ ਸਭ ਤੋਂ ਜਿਹੜੀ ਮਾੜੀ ਗੱਲ ਕੀ ਹੈ, ਆਪਾਂ ਨੂੰ ਤਾਂ ਚਾਨਣ ਦੀ ਕਦਰ ਦਾ ਵੀ ਨਹੀਂ ਪਤਾ। ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਚਾਨਣ ਹੁੰਦਾ ਹੈ। ਆਪਾਂ ਬੈਠੇ ਹਾਂ ਹਨੇਰੇ ਵਿੱਚ, ਅਗਿਆਨਤਾ ਦੇ ਵਿੱਚ, ਇਗਨੋਰੈਂਸ ਦੇ ਵਿੱਚ। ਆਪਾਂ ਨੂੰ ਤਾਂ ਇਹ ਨਹੀਂ ਪਤਾ ਵੀ ਲਾਈਟ ਵੀ ਕੋਈ ਚੀਜ਼ ਹੈ, ਲਾਈਟ ਵੀ ਕੁਝ ਹੈ ਜਿਹਦੇ ਨਾਲ ਆਪਾਂ ਨੂੰ ਬਹੁਤ ਕੁਝ ਦਿਸ ਪੈਂਦਾ ਹੈ। ਜਿਹੜਾ ਹਨ ਆਪਣੇ ਜਿਹੜੇ ਭਰਮ ਉਹ ਦੂਰ ਹੋ ਸਕਦੇ ਨੇ ਜਦੋਂ ਆਪਾਂ ਉਹ ਚੀਜ਼ ਨੂੰ ਅੱਖਾਂ ਦੇ ਸਾਹਮਣੇ ਦੇਖ ਲੈਂਦੇ ਹਾਂ। ਸੋ ਇਸ ਕਰਕੇ ਪਰਮਾਤਮਾ ਫਿਰ ਆਕਾਰ ਕਰ, ਉਹ ਆਕਾਰ ਬਣਾ ਕੇ ਪਰਮਾਤਮਾ ਆਪ ਗੁਰੂ ਨਾਨਕ ਰੂਪ ਸਰੂਪ ਹੋ ਕੇ ਦੁਨੀਆ ਤੇ ਆਏ, ਆਪਾਂ ਨੂੰ ਉਹ ਸੋਝੀ ਦੇਣ ਵਾਸਤੇ ਕਿ ਹੇ ਮਨੁੱਖ, ਤੂੰ ਤਾਂ ਅੱਜ ਇਹ ਵੀ ਭੁੱਲ ਗਿਆ ਕਿ ਤੈਨੂੰ ਲਾਈਟ ਦੀ ਲੋੜ ਹੈ, ਤੂੰ ਤਾਂ ਲਾਈਟ ਦੀ ਐਗਜ਼ਿਸਟੈਂਸ ਨੂੰ ਹੀ ਭੁੱਲ ਗਿਆ। ਤੋ ਇਸ ਕਰਕੇ ਆਕਾਰ ਕਰ, ਉਹ ਪਰਮਾਤਮਾ ਆਪ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਉਂਦੇ ਹਨ। ਜੋਤ ਸਰੂਪ ਅਨੂਪ ਦਿਖਾਇਆ। ਦੇਖੋ ਜੋਤ ਸਰੂਪ ਉਹਨਾਂ ਨੇ ਦੁਨੀਆ ਨੂੰ ਇਹ ਦਿਖਾਇਆ, ਗੁਰੂ ਨਾਨਕ ਸਾਹਿਬ ਜੀ ਨੇ, ਕਿ ਜੋਤ ਸਰੂਪ ਹੋ ਤੁਸੀਂ। ਤੁਹਾਡੇ ਅੰਦਰ ਜਿਹੜੀ ਆਤਮਾ ਹੈ, ਜਿਹਦੇ ਕਰਕੇ ਤੁਹਾਡਾ ਜੀਵਨ, ਉਹ ਪਰਮਾਤਮਾ ਆਪ ਬੈਠਾ ਤੁਹਾਡੇ ਅੰਦਰ। ਉਹ ਪਰਮਾਤਮਾ ਆਪ ਕਣ ਕਣ ਵਿੱਚ ਵਸਣ ਵਾਲਾ ਹੈ, ਉਹ ਹਰ ਇੱਕ ਜੀਵ ਵਿੱਚ ਵਸਣ ਵਾਲਾ ਉਹ ਪਰਮਾਤਮਾ ਜੋਤ ਸਰੂਪ ਹੈ। ਜਿਹੜੇ ਅਨੂਪ, ਉਹ ਉਪਮਾ ਤੋਂ ਪਰੇ ਹੈ ਪਰਮਾਤਮਾ, ਕਿਉਂਕਿ ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਅੰਤ ਦੀ ਗੱਲ ਉਦੋਂ ਆਉਂਦੀ ਹੈ ਜਦੋਂ ਆਪਣੇ ਵਿੱਚ ਹਉਮੈ ਜਾਗਦੀ ਹੈ। ਹਉਮੈ ਜਾਗਣ ਕਰਕੇ ਜਦੋਂ ਆਪਾਂ ਨੂੰ ਹੰਕਾਰ ਹੁੰਦਾ ਹੈ, ਤਾਂ ਫਿਰ ਆਪਾਂ ਪਰਮਾਤਮਾ ਦਾ ਅੰਤ ਪਾਉਣਾ ਚਾਹੁੰਦੇ ਵੀ ਪਰਮਾਤਮਾ ਕਿੱਥੇ ਜਾ ਕੇ ਮੁੱਕਦਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸਿੱਖੀ ਬਖਸ਼ੀ। ਮਹਾਰਾਜ ਨੇ ਕਿਹਾ ਕਿ ਉਹ ਅਨੂਪ ਹੈ, ਉਹ ਉਪਮਾ ਤੋਂ ਰਹਿਤ ਹੈ, ਉਹ ਬੇਅੰਤ ਹੈ। ਉਹ ਪਰਮਾਤਮਾ ਨੂੰ ਐਸਾ ਸਰੂਪ ਪਰਮਾਤਮਾ ਦਾ ਪ੍ਰਗਟ ਕਰਕੇ ਗੁਰੂ ਨਾਨਕ ਨੇ ਇਸ ਅਗਿਆਨਤਾ ਵਿੱਚ ਫਸੇ ਹੋਏ ਜੀਵਾਂ ਨੂੰ ਦਿਖਾਇਆ। ਵੇਦ ਕਤੇਬ ਅਗੋਚਰਾ। ਦੇਖੋ ਹੁਣ ਪਰਮਾਤਮਾ ਦੀਆਂ ਗੱਲਾਂ ਕਰਨ ਵਾਲੇ, ਪਰਮਾਤਮਾ ਦਾ ਗਿਆਨ ਦੇਣ ਵਾਲੇ, ਪਰਮਾਤਮਾ ਦਾ ਨੌਲੇਜ ਦੇਣ ਵਾਲੇ ਜਿਹੜੀਆਂ ਹਨ, ਜਿਹੜੇ ਸਕ੍ਰਿਪਚਰਸ ਹਨ, ਜਿਹੜੇ ਕਿ ਵੇਦ ਨੇ। ਸੋ ਵੇਦ ਨੇ 4 ਵੇਦ ਨੇ। ਸੋ 4 ਵੇਦ ਜਿਹੜੇ ਹਨ, ਜੋ ਸ਼ਾਮ ਵੇਦ ਹੋਇਆ, ਯੁਜਰ ਹੋਇਆ, ਰਿਗ ਵੇਦ ਹੋਇਆ ਜਾਂ ਅਥਰਵਣ ਹੋਇਆ, ਸੋ ਇਹ 4 ਵੇਦ ਹੋ ਗਏ। ਤੇ ਫਿਰ ਨਾਲ ਕਤੇਬ ਵੀ ਆ ਗਏ। ਹੁਣ ਕਤੇਬ ਜਿਹੜੇ ਨੇ, ਸੁੰਨੀਆਂ ਦਾ ਜਿਹੜਾ ਧਰਮ ਹੈ, ਉਹਦੇ ਵਿੱਚ ਹਨਾਫੀ ਹੈ, ਮਾਲਿਕੀ ਹੈ, ਸ਼ਫਈ ਹੈ ਤੇ ਹਨਬਾਲੀ ਹੈ। ਇਹ 4 ਮਜ਼ਹਬ ਇਹਨਾਂ ਦੇ ਹਨ। ਸੋ ਦੇਖੋ ਇਹ ਜਿਹੜੇ ਹਨ, ਇਹ 4 ਮਜ਼ਹਬ ਨੇ, ਪਰ ਇਹਨਾਂ ਦੀਆਂ 4 ਕਤੇਬਾਂ ਵੀ ਨੇ। ਹੁਣ ਇੱਥੇ ਕਤੇਬਾਂ ਦੀ ਗੱਲ ਆਈ ਹੈ। ਕਤੇਬ ਕਿਹੜੇ ਨੇ? ਜਿਹੜਾ ਕਿ ਜ਼ੰਬੂਰ ਹੈ, ਉਹਦਾ ਜਿਹੜਾ ਫਿਰ ਤੌਰਤ ਆਉਂਦੀ ਹੈ,
ਤੀਜੀ ਜਿਹੜੀ ਹੈ ਬਾਈਬਲ ਆਉਂਦੀ ਹੈ, ਚੌਥੀ ਜਿਹੜੀ ਹੈ ਕੁਰਾਨ ਹੈ। ਸੋ ਇਹਨਾਂ ਦੀਆਂ 4 ਕਿਤਾਬਾਂ ਨੇ, ਜਿਵੇਂ ਹਿੰਦੂਆਂ ਦੇ 4 ਵੇਦ ਨੇ ਤੇ ਮੁਸਲਮਾਨਾਂ ਦੇ 4 ਜਿਹੜੀਆਂ ਕਿਤਾਬਾਂ ਨੇ। ਸੋ ਇਹ 4 ਕਿਤਾਬਾਂ ਅਗੋਚਰਾ, ਕਹਿੰਦੇ ਪਰਮਾਤਮਾ ਤਾਂ ਗਿਆਨ ਤੋਂ ਪਰੇ ਹੈ। ਗਿਆਨ ਇੱਕ ਸੀੜੀ ਬਣਦਾ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ, ਪਰਮਾਤਮਾ ਤੱਕ ਉਹਨਾਂ ਦੀ ਨਿਗਾਹ ਨੂੰ ਲਿਜਾਣ ਵਾਸਤੇ। ਪਰ ਕਹਿੰਦੇ ਅਗੋਚਰਾ ਜਿਹੜਾ ਹਨ ਵੇਦਾਂ ਤੋਂ ਵੀ ਅਗੋਚਰ ਹੈ, ਕਿਤਾਬਾਂ ਦੇ ਗਿਆਨ ਤੋਂ ਵੀ ਪਰਮਾਤਮਾ ਪਰੇ ਹੈ। ਪਰਮਾਤਮਾ ਨੂੰ ਕੋਈ ਡਿਸਕ੍ਰਾਈਬ ਨਹੀਂ ਕਰ ਸਕਦਾ, ਪਰਮਾਤਮਾ ਬਹੁਤ ਦੂਰ ਹੈ ਇਹਨਾਂ ਦੀਆਂ ਜਿਹੜਾ ਗਿਆਨ ਤੋਂ। ਹੁਣ ਇਸ ਕਰਕੇ ਜੇ ਕੋਈ ਗਿਆਨ ਕਰਦਾ ਹੈ ਨਾ, ਗਿਆਨ ਦੇ ਵਿੱਚ ਕੀ ਹੁੰਦਾ, ਹੰਕਾਰ ਜਾਗਦਾ ਹੈ। ਗਿਆਨ ਦੇ ਵਿੱਚ ਕੀ ਹੁੰਦਾ ਹੈ, ਗਿਆਨ ਬੰਦੇ ਨੂੰ ਕੌਨਫੀਡੈਂਸ ਦੇ ਦਿੰਦਾ ਹੈ। ਉਹ ਕੌਨਫੀਡੈਂਸ ਦੇ ਨਾਲ ਕੀ ਹੁੰਦਾ ਹੈ, ਬੰਦੇ ਨੂੰ ਲੱਗਦਾ ਕਿ ਇਹ ਗਿਆਨ ਮੇਰਾ ਹੈ, ਉਹਦੇ ਉੱਤੇ ਮਾਲਕੀ ਕਰਦਾ ਹੈ। ਤੋ ਇਸ ਕਰਕੇ ਕਹਿੰਦੇ ਅਗੋਚਰ ਹੈ, ਪਰਮਾਤਮਾ ਅਗੋਚਰ ਹੈ ਜੀ ਇਹ ਗਿਆਨ ਤੋਂ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਦੇਖੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਲੈ ਕੇ ਆਏ ਨੇ। ਇਸ ਕਰਕੇ ਵਾਹਿਗੁਰੂ ਦਾ ਨਾਮ ਵੱਡਾ ਹੈ, ਕਿਉਂਕਿ ਗਿਆਨ ਨੇ ਜਿਹੜਾ ਹਨ ਪਰਮਾਤਮਾ ਦੇ ਨਾਮ ਦੀ ਸੋਝੀ ਪਾਉਣੀ ਹੈ ਤੇ ਮੁਕਤੀ ਪਰਮਾਤਮਾ ਦੇ ਨਾਮ ਤੋਂ ਮਿਲਣੀ ਹੈ। ਸੋ ਗਿਆਨ ਇੱਕ ਸੀੜੀ, ਇੱਕ ਸਟੈਪ ਹੈ ਜਿਹਨੇ ਆਪਾਂ ਨੂੰ ਰੀਅਲਾਈਜੇਸ਼ਨ ਦੇਣਾ ਹੈ ਕਿ ਪਰਮਾਤਮਾ ਦਾ ਨਾਮ ਕੀ ਹੈ। ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਣ ਤੋਂ ਬਾਅਦ, ਪਰਮਾਤਮਾ ਦੇ ਨਾਮ ਜਪਣ ਤੋਂ ਬਾਅਦ ਤੇ ਕਹਿੰਦੇ ਫਿਰ ਹੀ ਸ਼ਬਦ ਸੁਣਾਇਆ। ਦੇਖੋ ਸ਼ਬਦ ਸੁਣਾਇਆ, ਉਹ ਸ਼ਬਦ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਸ਼ਬਦ ਨੇ, ਜਿੰਨੇ ਬਚਨ ਨੇ ਗੁਰੂ ਦੇ, ਉਹ ਸਾਰੇ ਨਾਮ ਰੂਪ ਨੇ, ਉਹ ਸਾਰਾ ਹੀ ਨਾਮ ਹੈ। ਗੁਰੂ ਮਹਾਰਾਜ ਨੇ ਦੇਖੋ ਆਪਾਂ ਨੂੰ ਕਿੱਡੀ ਵੱਡੀ ਆਪਣੇ ਤੇ ਬਖਸ਼ਿਸ਼ ਕੀਤੀ। ਕੋਈ ਬੰਦਾ ਵਾਹਿਗੁਰੂ 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 ਕਹਿੰਦਿਆਂ ਹੋਇਆਂ ਜੇ ਕਿਤੇ ਉਹ ਥੱਕ ਵੀ ਜਾਂਦਾ ਹੈ ਤੇ ਉਹ ਜਪਜੀ ਸਾਹਿਬ ਦਾ ਪਾਠ ਕਰ ਲਵੇ। ਜਪਜੀ ਸਾਹਿਬ ਦੇ ਪਾਠ ਦਾ ਅੱਖਰ ਅੱਖਰ ਵੀ ਨਾਮ ਹੈ। ਦੇਖੋ ਪਰਮਾਤਮਾ ਨੂੰ ਉਹਨਾਂ ਨੇ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਉਸ ਦਾ ਨਾਮ ਰੂਪ ਹੀ ਕਰ ਦਿੱਤੀ ਸਾਰੀ ਬਾਣੀ। ਸੋ ਸਾਰੀ ਬਾਣੀ ਹੀ ਨਾਮ ਰੂਪ ਹੈ। ਹੁਣ ਜਪਜੀ ਸਾਹਿਬ ਕੋਈ ਪੜਦਾ, ਉਹਦਾ ਜਿਹੜਾ ਹਨ ਬਿਗਨਿੰਗ ਹੁੰਦਾ, ਐਂਡ ਹੁੰਦਾ ਹੈ। ਉਹ ਐਂਡ ਕਰ ਲੈਂਦਾ ਹੈ, ਉਹ ਕਹਿੰਦਾ ਮੇਰਾ ਪਾਠ ਹੋ ਗਿਆ। ਪਰ ਦੇਖੋ ਉਹ ਬੇਅੰਤ ਪਰਮਾਤਮਾ ਹੈ। ਪਰ ਦੇਖੋ ਬੇਅੰਤ ਪਰਮਾਤਮਾ ਨੂੰ ਜਿਹੜਾ ਵਰਣਨ ਕਰਨ ਵਾਸਤੇ, ਆਪਣੇ ਜੀਵਾਂ ਦੇ ਉਧਾਰ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਜੀਵਨ ਦਾ ਜਿਵੇਂ ਆਦ ਤੇ ਅੰਤ ਹੁੰਦਾ ਹੈ, ਉਹਨਾਂ ਨੇ ਬਾਣੀ ਨੂੰ ਇਸ ਤਰ੍ਹਾਂ ਰਚ ਦਿੱਤਾ ਤੇ ਅੱਖਰ ਅੱਖਰ ਵਿੱਚ ਨਾਮ ਨੂੰ ਪ੍ਰਕਾਸ਼ ਕਰ ਦਿੱਤਾ। ਗੁਰੂ ਨਾਨਕ ਦੀ ਐਸੀ ਕਿਰਪਾ ਹੈ। ਗੁਰੂ ਮਹਾਰਾਜ ਦਾ ਧਰਮ ਜਿਹੜਾ ਏਡਾ ਮਹਾਨ ਹੈ ਕਿ ਉਹਦੇ ਵਿੱਚੋਂ ਕੀ ਹੁੰਦਾ ਹੈ ਕਿ ਸ਼ਬਦ ਪੜ੍ਹਦਿਆਂ ਦੇਖੋ ਨਾ, ਜੇ ਕੋਈ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਕਿੰਨਾ ਚਿਰ ਕਰ ਲੇਗਾ? ਉਹ ਜਿਹੜਾ 10 ਮਿੰਟ ਕਰੇਗਾ, 20 ਮਿੰਟ ਕਰੇਗਾ, ਘੰਟਾ ਕਰੇਗਾ, 2 ਘੰਟੇ, ਕਿੰਨਾ ਚਿਰ ਕੋਈ ਕਰ ਲੇਗਾ? ਪਰ ਜੇ ਕੋਈ ਬਾਣੀ ਪੜ੍ਹਦਾ ਹੈ ਨਾ, ਉਹ ਸਾਰੀ ਦਿਹਾੜੀ ਪੜ੍ਹ ਸਕਦਾ ਹੈ, ਕਿਉਂਕਿ ਬਾਣੀ ਦੇ ਵਿੱਚ ਸਮਝ ਆਉਂਦੀ ਹੈ। ਤੇ ਬਾਣੀ ਵਿੱਚ ਬਰਕਤ ਕੀ ਹੈ? ਉਹ ਗੁਰੂ ਆਪ ਹੈ, ਉਹ ਗੁਰੂ ਆਪ ਹੈ। ਗੁਰੂ ਨਾਲ ਗੱਲਾਂ ਕਰਦੇ ਹਾਂ ਆਪਾਂ, ਬਾਣੀ ਪੜ੍ਹਦੇ ਹਾਂ ਆਪਾਂ, ਗੁਰੂ ਦੇ ਬਚਨ ਸੁਣਦੇ ਹਾਂ। ਸੋ ਇਸ ਕਰਕੇ ਸ਼ਬਦ ਸੁਣਾਇਆ, ਮਹਾਰਾਜ ਗੁਰੂ ਨਾਨਕ ਨੇ ਸ਼ਬਦ ਸੁਣਾਇਆ। 4 ਵਰਨ 4 ਮਜ਼ਹਬਾ। ਦੇਖੋ 4 ਵਰਨ ਨੇ, ਬ੍ਰਾਹਮਣ, ਖੱਤਰੀ, ਵੈਦ ਤੇ ਸ਼ੂਦਰ। ਤੇ ਅੱਗੇ ਮੁਸਲਮਾਨਾਂ ਦੇ ਵੀ ਮਜ਼ਹਬ ਹਨ, ਜਿਵੇਂ ਆਪਾਂ ਪਹਿਲਾਂ ਜਿਹੜਾ ਹਨ ਵਿਚਾਰ ਕੀਤੇ ਆ, ਹਨਾਫੀ ਹੋਇਆ, ਮਾਲਿਕੀ ਹੋਇਆ, ਸ਼ਾਫੀ ਹੋਇਆ, ਹਨਬਾਲੀ ਹੋਇਆ। 4 ਚਰਨ ਕਵਲ ਸਰਨਾਗਤ ਆਇਆ। ਦੇਖੋ ਪਰ ਇਹ 4 ਜਿਹੜੇ ਹਨ ਵਰਨਾਂ ਵਿੱਚ ਲੋਕ ਵੰਡੇ ਗਏ, 4 ਮਜ਼ਹਬਾਂ ਵਿੱਚ ਲੋਕ ਵੰਡੇ ਗਏ। ਗੁਰੂ ਨਾਨਕ ਨੇ ਇੱਕ ਸਾਂਝਾ ਧਰਮ ਚਲਾਇਆ ਜਿਹਦੇ ਕਰਕੇ ਚਰਨ ਕਵਲ, ਮਹਾਰਾਜ ਦੇ ਜਿਹੜੇ ਪਰਮਾਤਮਾ ਦੇ ਚਰਨ ਕਵਲ ਵਰਗੇ ਹਨ। ਗੁਰੂ ਨਾਨਕ ਦੇ ਚਰਨ ਜਿਹੜੇ ਕਵਲਾਂ ਵਰਗੇ ਹਨ। ਕਹਿੰਦੇ ਉਹਨਾਂ ਦੀ ਸ਼ਰਨ ਵਿੱਚ, ਸੈਂਚਰੀ ਵਿੱਚ ਜੋ ਵੀ ਕੋਈ ਆ ਜਾਂਦਾ ਹੈ ਤਾਂ ਉਸ ਦੀ ਮੁਕਤੀ ਕਰ ਦਿੰਦੇ ਹਨ। ਦੇਖੋ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਭਾਵੇਂ ਕੋਈ ਬ੍ਰਾਹਮਣ, ਖੱਤਰੀ, ਵੈਦ ਤੇ ਸ਼ੂਦਰ ਆ ਜਾਵੇ, ਭਾਵੇਂ ਕੋਈ ਸੁੰਨੀ ਆਵੇ, ਭਾਵੇਂ ਕੋਈ ਜਿਹੜਾ ਸੂਫੀ ਆਵੇ, ਭਾਵੇਂ ਜਿਹੜੇ ਹਨ ਹਨਾਫੀ, ਮਲਕੀ, ਸ਼ਫੀ, ਹਨਬਾਲੀ ਵਾਲੇ ਆਉਣ, ਕੋਈ ਵੀ ਮਰਜ਼ੀ ਆ ਜਾਵੇ, ਸਾਰਿਆਂ ਵਾਸਤੇ ਸ਼ਰਨ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਦੀ ਸ਼ਰਨ ਸਾਰਿਆਂ ਵਾਸਤੇ ਹੈ। ਤੇ ਜੋ ਵੀ ਸ਼ਰਨ ਵਿੱਚ ਆ ਜਾਂਦਾ ਮਹਾਰਾਜ ਉਹਨੂੰ ਤਾਰ ਦਿੰਦੇ ਹਨ, ਅਨਕੰਡੀਸ਼ਨਲੀ ਤਾਰਦੇ ਹਨ। ਸਤਿਗੁਰੂ ਜੀ ਐਸੇ ਮਹਾਰਾਜ ਜੀ ਬਰਕਤ ਕਰਨ ਵਾਲੇ ਹਨ। ਪਾਰਸ ਪਰਸ ਅਪਰਸ। ਹੁਣ ਇੱਥੇ ਇੱਕ ਐਗਜ਼ਾਮਪਲ ਦਿੰਦੇ ਹਨ ਭਾਈ ਗੁਰਦਾਸ ਜੀ। ਕਹਿੰਦੇ ਜਿਹੜਾ ਪਾਰਸ ਦੀ ਵੱਟੀ ਹੁੰਦੀ ਹੈ ਉਹ ਕੀ ਕਰਦੀ ਹੈ? ਉਹ ਜਿਹੜਾ ਪਾਰਸ ਪਰਸ,
ਉਹ ਜਿਹੜਾ ਪਾਰਸ ਜਿਹੜੇ ਮਟੀਰੀਅਲ 8 ਧਾਤਾਂ ਨੂੰ ਉਹ ਸੋਨਾ ਬਣਾ ਦਿੰਦਾ ਹੈ ਟੱਚ ਕਰਨ ਦੇ ਨਾਲ ਪਾਰਸ। ਸੋ ਕਹਿੰਦੇ ਜੇ ਪਾਰਸ ਦੀ ਬੱਟੀ ਜਿਹੜੀ ਹੈ ਜਦੋਂ 8 ਧਾਤਾਂ ਨੂੰ ਲੱਗਦੀ ਹੈ ਆਪਰਸ ਜਗ ਜਾਂ ਪਰਸ ਅਪਰਸ ਜਗ, ਕਹਿੰਦੇ ਦੇਖੋ ਜਿਹੜੀਆਂ ਨੀਵੀਆਂ ਜਾਤੀਆਂ ਸਨ ਜਿਨ੍ਹਾਂ ਦੇ ਨੇੜੇ ਵੀ ਕੋਈ ਨਹੀਂ ਜਾਂਦਾ ਸੀ, ਜਿਹੜੇ ਮੁਸਲਮਾਨਾਂ ਦੇ ਮਜ਼ਹਬ ਨੇ ਉਹ ਇੱਕ ਦੂਜੇ ਨਾਲ ਲੜਦੇ ਨੇ, ਝਗੜਦੇ ਨੇ, ਇੱਕ ਦੂਜੇ ਨੂੰ ਮਾਰਦੇ ਵੀ ਹਨ, ਪਰ ਮਹਾਰਾਜ ਦੀ ਬਾਣੀ ਐਸੀ ਹੈ ਜੋ ਪਰਸ ਅਪਰਸ ਜਗ ਦੇ ਵਿੱਚ ਜਿਹੜੇ ਅਪਰਸ ਸਨ, ਛੂਤ ਮੰਨੇ ਜਾਂਦੇ ਸਨ, ਛੋਟੇ ਮੰਨੇ ਜਾਂਦੇ ਹਨ, ਉਹ ਜਿਹੜੇ ਹਨ ਉਹਨਾਂ ਨੂੰ ਵੀ ਪਰਸ ਕਰਕੇ ਸਤਿਗੁਰਾਂ ਨੇ ਸੋਨਾ ਬਣਾ ਦਿੱਤਾ। ਉਹਨਾਂ ਨੂੰ ਵੀ ਜਿਹੜਾ ਹੈ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਲੈ ਲਿਆ। ਅਸ਼ਟ ਧਾਤ ਇੱਕ ਧਾਤ ਕਰਾਇਆ। ਜਿਵੇਂ 8 ਧਾਤਾਂ ਨੂੰ ਪਾਰਸ ਸੋਨਾ ਇੱਕ ਧਾਤ ਬਣਾ ਦਿੰਦਾ ਹੈ, ਇਸੇ ਪ੍ਰਕਾਰ ਜੋ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇਸੇ ਕਰਕੇ ਇੱਥੇ ਗਿਣਤੀ ਆਈ ਹੈ ਨਾ 4 ਵਰਣ ਚ 4 ਮਜ਼ਹਬ, ਕਿੰਨੇ ਹੋਏ 8। ਕਹਿੰਦੇ ਇਸ ਕਰਕੇ 8 ਅਸ਼ਟ ਧਾਤ ਇੱਕ ਧਾਤ ਕਰਾਇਆ। ਇੱਕ ਧਾਤ ਕੀ ਹੈ? ਸਿੱਖੀ। ਮਹਾਰਾਜ ਨੇ ਸਿੱਖ ਬਣਾ ਲਿਆ ਜੀ। ਉਹਦੇ ਵਿੱਚ ਇਹ ਨਹੀਂ ਦੱਸਿਆ ਵੀ ਇਹ ਗ੍ਰੇਡ 1 ਸਿੱਖ ਹੈ, ਇਹ ਗ੍ਰੇਡ 2 ਸਿੱਖ ਹੈ, ਇਹ ਗ੍ਰੇਡ 3 ਸਿੱਖ ਹੈ, ਕੋਈ ਜਿਹੜਾ ਹਨ ਉਹਦੇ ਵਿੱਚ ਵੰਡ ਨਹੀਂ ਪਾਈ। ਜੇ ਸਿੱਖ ਹੈ ਤਾਂ ਸਿੱਖ ਹੈ। ਦੇਖੋ ਅੱਜ ਤੱਕ ਵੀ ਸਿੱਖ ਸਿੱਖ ਹੀ ਹੈ। ਆਪਾਂ ਜਿਹੜੇ ਹਾਂ ਆਪਣੇ ਆਪ ਨੂੰ ਵੰਡਣ ਵਾਸਤੇ ਤਾਂ ਹੋਰ ਬਹੁਤ ਕੁਝ ਕਰ ਲੈਂਦੇ ਹਾਂ। ਪੋਲੀਟੀਸ਼ੀਅਨਸ ਨੇ ਆਪਾਂ ਨੂੰ ਬਹੁਤ ਵੰਡ ਦਿੱਤਾ, ਹਾਂਜੀ। ਹੋਰ ਵੀ ਲੋਕ ਜਿਹੜੇ ਆਪਣੇ ਆਪ ਦੇ ਵਿੱਚ ਆਪਣੇ ਸੁੱਖ ਵਾਸਤੇ ਆਪਣੀ ਜਿਹੜੀਆਂ ਹਨ ਜਥੇਬੰਦੀਆਂ ਵਾਸਤੇ ਲੋਕਾਂ ਨੂੰ ਵੰਡ ਦਿੰਦੇ ਹਨ, ਪਰ ਦੇਖੋ ਗੁਰੂ ਨੇ ਤਾਂ ਨਹੀਂ ਨਾ ਵੰਡਿਆ। ਗੁਰੂ ਨੇ ਤਾਂ ਇੱਕੋ ਸਿੱਖੀ ਦਿੱਤੀ ਹੈ। ਜੋ ਸਿੱਖ ਬਣਦਾ ਉਹ ਸਿੱਖ ਹੀ ਹੁੰਦਾ ਹੈ। ਪੈਰੀ ਪਾਏ ਨਿਭਾਏ ਕੈ। ਦੇਖੋ ਪੈਰੀ ਪਾਏ, ਉਹਨਾਂ ਨੇ ਪੈਰੀ ਪਾ ਕੇ, ਦੇਖੋ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਰੋ ਰੀਤੀ ਐਸੀ ਹੈ ਕਿ ਉਹ ਪੈਰੀ ਪਾਏ, ਉਹ ਪੈਰਾਂ ਵਿੱਚ ਪਾਉਂਦੇ ਹਨ, ਹਰ ਇੱਕ ਨੂੰ ਨੀਵਾਂ ਕਰਦੇ ਹਨ। ਜੋ ਸਿਰ ਸਭ ਤੋਂ ਉੱਚਾ ਹੈ ਇਹ ਬੋਡੀ ਦਾ, ਉਹ ਸਿਰ ਨੂੰ ਨੀਵਾਂ ਧਰਤੀ ਨਾਲ ਲਾਉਂਦੇ ਹਨ। ਸੋ ਪੈਰੀ ਪਾਏ ਨਿਵਾਏ ਕੈ, ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਨਿਵਾ ਕੇ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ। ਪਰ ਜਿਹੜਾ ਸੀਸ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਗਿਆ, ਉਹ ਫਿਰ ਸੀਸ ਅੱਗੇ ਕਿਸੇ ਅੱਗੇ ਨਹੀਂ ਫਿਰ ਝੁਕਦਾ, ਤੇ ਉਹ ਸੀਸ ਜਿਹੜਾ ਹੈ ਫਿਰ ਜਿਹੜਾ ਦੁਨੀਆ ਉਸ ਨੂੰ ਜਿਹੜਾ ਹਨ ਚੇਤੇ ਕਰਦੀ ਹੈ, ਉਹ ਮਹਾਨ ਹੋ ਜਾਂਦਾ ਹੈ ਜਿਹੜਾ ਇੱਕ ਵਾਰ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਜਾਂਦਾ ਹੈ। ਹਉਮੈ ਰੋਗ ਅਸਾਧ ਮਿਟਾਇਆ। ਦੇਖੋ ਇੱਕ ਹਉਮੈ ਦਾ ਰੋਗ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਕਹਿੰਦੇ ਹਉਮੈ ਤੇ ਨਾਮ ਦਾ ਵਿਰੋਧ ਹੈ। ਇੱਕ ਚੀਜ਼ ਵਸਣੀਆਂ ਮਨ ਦੇ ਵਿੱਚ, ਚਾਹੇ ਹਉਮੈ ਹੋ ਗਈ ਚਾਹੇ ਨਾਮ। ਪਰ ਗੁਰੂ ਨਾਨਕ ਦੀ ਸ਼ਰਨ ਐਸੀ ਹੈ ਜਿਹੜੀ ਕਿ ਹਉਮੈ ਦਾ ਰੋਗ, ਇਹ ਅਸਾਧ ਰੋਗ ਜਿਹਦੀ ਕੋਈ ਦਵਾਈ ਵੀ ਨਹੀਂ, ਜਿਹੜਾ ਹੈ ਐਸਾ ਵੱਡਾ ਇਹ ਰੋਗ ਹੈ। ਸੋ ਹਉਮੈ ਰੋਗ ਜਿਹੜਾ ਅਸਾਧ ਹੈ ਇਹਨੂੰ ਮਿਟਾ ਦਿੱਤਾ। ਸੋ ਇਹ ਜਿਹੜਾ ਹੈ ਇਹ ਜਿਹੜਾ ਹਉਮੈ ਹੈ ਨਾ, ਹਉਮੈ ਜਿਹੜਾ ਰੋਗ ਹੈ, ਕਹਿੰਦੇ ਦਾਰੂ ਵੀ ਇਸ ਮਾਹੇ ਹੈ। ਅਸਾ ਦੀ ਵਾਰ ਚ ਆਪਾਂ ਪੜ੍ਹਦੇ ਹਾਂ। ਦੇਖੋ ਇਹ ਹਉਮੈ ਦੀ ਦਵਾਈ ਵੀ ਹਉਮੈ ਦੇ ਵਿੱਚ ਹੀ ਹੈ। ਦੇਖੋ ਐਸਾ ਇਹ ਰੋਗ ਹੈ, ਪਰ ਮਹਾਰਾਜ ਦੀ ਕਿਰਪਾ ਸਦਕਾ ਹਉਮੈ ਰੋਗ ਅਸਾਧ ਮਿਟਾਇਆ। ਇਹ ਵੱਡਾ ਰੋਗ ਹਉਮੈ ਦਾ ਗੁਰੂ ਨਾਨਕ ਦੀ ਸ਼ਰਨ ਵਿੱਚ ਆਉਣ ਕਰਕੇ ਮਿਟ ਗਿਆ। ਕਿਵੇਂ ਮਿਟਿਆ? ਹੁਣ ਫਿਰ ਪੜ੍ਹ ਲਈਏ, ਪੈਰੀ ਪਾਏ ਨਿਵਾਏ ਕੈ। ਪੈਰਾਂ ਦੇ ਵਿੱਚ ਜਿਹੜਾ ਹਨ ਪੈ ਕਰਕੇ, ਪੈਰਾਂ ਦੇ ਨਾਲ ਆਪਣਾ ਚਰਨਾ ਅੰਮ੍ਰਿਤ ਦੇ ਕੇ ਗੁਰੂ ਨਾਨਕ ਸਾਹਿਬ ਨੇ ਇਹ ਹਉਮੈ ਦਾ ਰੋਗ ਵੀ ਮਿਟਾ ਦਿੱਤਾ। ਹੁਕਮ ਰਜਾਈ ਚੱਲਣਾ। ਦੇਖੋ ਫਿਰ ਉਪਦੇਸ਼ ਗੁਰੂ ਦਾ ਕੀ ਹੈ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ ਹੈ। ਹੁਕਮ ਪਰਮਾਤਮਾ ਦਾ ਕਿਹੜਾ? ਜਿਹੜਾ ਗੁਰੂ ਨਾਨਕ ਦਾ ਹੁਕਮ ਹੈ, ਜੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 10 ਪਾਤਸ਼ਾਹਾਂ ਦਾ ਹੁਕਮ ਹੈ। ਕਹਿੰਦੇ ਹੁਕਮ ਵਿੱਚ ਚੱਲਣਾ ਹੈ। ਜੋ ਗੁਰੂ ਨੇ ਕਹਿਤਾ ਉਹ ਕਰਨਾ ਹੈ, ਜੋ ਗੁਰੂ ਨੇ ਕਿਹਾ ਨਹੀਂ ਕਰਨਾ ਉਹ ਨਹੀਂ ਕਰਨਾ। ਇਹ ਹੁਕਮ ਹੈ। ਗੁਰੂ ਨੇ ਆਪਣੇ ਸਿੱਖ ਨੂੰ ਇੱਕ ਹੁਕਮ ਦੇ ਦਾਇਰੇ ਵਿੱਚ ਰੱਖ ਕਰਕੇ, ਇਹ ਜਿਹੜਾ ਕਰਮਾਂ ਦਾ ਗੇੜ ਹੁੰਦਾ ਹੈ ਨਾ, ਜਿਹੜੇ ਆਪਣੇ ਕਰਮ ਨੇ ਜਿਨ੍ਹਾਂ ਨੂੰ ਆਪਾਂ ਪ੍ਰਾਲਬੱਧ ਕਰਮ ਕਹਿੰਦੇ, ਜਿਨ੍ਹਾਂ ਦੇ ਕਰਕੇ ਆਪਣਾ ਜੀਵਨ ਹੋਇਆ, ਆਪਣਾ ਜਿਹੜਾ ਹੈ ਆਪਾਂ ਇੱਥੇ ਜਨਮ ਲਿਆ ਹੈ। ਪਰ ਦੇਖੋ ਗੁਰੂ ਆਪਣੇ ਹੁਕਮ ਦੇ ਦਾਇਰੇ ਵਿੱਚ ਰੱਖ ਕਰਕੇ ਉਸ ਕਰਮਾਂ ਦੇ ਹੁੰਦਿਆਂ ਹੋਇਆਂ ਵੀ ਆਪਣਾ ਜੀਵਨ ਨੂੰ ਸਫਲ ਕਰ ਦਿੰਦੇ ਨੇ। ਸੁੱਖ ਦੁੱਖ ਦੇ ਵਿੱਚ ਇੱਕ ਤਰ੍ਹਾਂ ਮਨ ਦੀ ਬਿਰਤੀ ਨੂੰ ਰੱਖਣਾ ਸਿਖਾਉਂਦੇ ਨੇ। ਆਪਣੀ ਕਿਰਪਾ ਕਰਕੇ ਸਿੱਖ ਨੂੰ ਬਚਾਉਂਦੇ ਨੇ ਹਰ ਇੱਕ ਜਿਹੜਾ ਹਨ ਪਾਪ ਤੋਂ। ਗੁਰੂ ਮਹਾਰਾਜ ਨੇ ਹੁਕਮ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਸੁਧਾਰ ਦਿੱਤਾ।
ਸੋ ਇਸ ਕਰਕੇ ਕਹਿੰਦੇ ਹੁਕਮ ਰਜਾਈ ਚੱਲਣਾ, ਪਰਮਾਤਮਾ ਦੇ ਭਾਣੇ ਵਿੱਚ ਚੱਲਣਾ, ਗੁਰੂ ਦੇ ਹੁਕਮ ਵਿੱਚ ਚੱਲਣਾ ਹੈ। ਗੁਰਮੁਖ ਗਾਡੀ ਰਾਹੋ ਚਲਾਇਆ। ਦੇਖੋ ਗੁਰੂਮੁਖ, ਗੁਰੂ ਜਿਹੜਾ ਮੁਖੀ ਹੈ ਉਹਨੇ ਐਸਾ ਗਾਡੀ ਰਾਹ ਚਲਾਇਆ ਸੰਸਾਰ ਵਿੱਚ। ਉਹ ਗਾਡੀ ਰਾਹ ਜਿਹੜਾ ਹੈ ਉਹ ਗਾਈਡਡ, ਮਹਾਰਾਜ ਆਪ ਇੱਕ ਪਲ ਪਲ ਤੇ ਗਾਈਡ ਕਰਦੇ ਨੇ ਸਿੱਖ ਨੂੰ, ਤੂੰ ਕੀ ਕਰਨਾ, ਤੂੰ ਕਿਵੇਂ ਕਰਨਾ। ਹਰ ਵੇਲੇ ਸਿੱਖ ਦੀ ਰੱਖਿਆ ਕਰਦੇ, ਸਿੱਖ ਦੇ ਨਾਲ ਰਹਿੰਦੇ ਹਨ। ਗੁਰੂ ਮੈਂ ਸੰਗ ਸਦਾ ਹੈ ਨਾਲੇ, ਹਮੇਸ਼ਾ ਆਪਣੇ ਸਿੱਖ ਨਾਲ ਰਹਿ ਕਰਕੇ ਗੁਰੂ ਮਹਾਰਾਜ ਇਹ ਗਾਡੀ ਰਾਹ ਵਿੱਚ ਜਿਹੜਾ ਸਿੱਖ ਨੂੰ ਸਿਰਫ ਤੋਰਦੇ ਨਹੀਂ, ਦੱਸਦੇ ਨਹੀਂ, ਜਿਵੇਂ ਬਾਕੀ ਦੇ ਧਰਮ ਗ੍ਰੰਥ ਨੇ ਉਹ ਦੱਸਦੇ ਨੇ ਵੀ ਪਰਮਾਤਮਾ ਜਿਹੜਾ ਇਸ ਤਰ੍ਹਾਂ ਹੀ ਆ, ਪਰਮਾਤਮਾ ਦਾ ਗਿਆਨ ਦਿੰਦੇ ਨੇ, ਪਰ ਗੁਰੂ ਨਾਨਕ ਦਾ ਹੱਥ ਫੜ ਕੇ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਦੇਖੋ ਪਰਮਾਤਮਾ ਦੀ ਐਸੀ ਜਿਹੜੀ ਹੈ ਕਿਰਪਾ ਹੈ ਸਿੱਖਾਂ ਦੇ ਉੱਤੇ, ਗੁਰੂ ਨਾਨਕ ਸਦਕਾ ਮਹਾਰਾਜ ਤਾਂ ਮਿਲਾ ਦਿੰਦੇ ਨੇ, ਆਪ ਹੱਥ ਫੜ ਕੇ ਤੋਰਦੇ ਨੇ। ਕਹਿੰਦੇ ਜੇ ਇਹ ਸਿੱਖੀ ਦੇ ਰਸਤੇ ਵੀ ਆਪਾਂ ਨਾ ਚੱਲੇ ਤਾਂ ਫਿਰ ਆਪਣਾ ਜੀਵਨ ਅਸਫਲ ਹੈ। ਪੂਰੇ ਪੂਰਾ ਥਾਟ ਬਣਾਇਆ। ਦੇਖੋ ਪੂਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੂਰਾ ਥਾਟ, ਪੂਰਾ ਉਹ ਥਾਂ, ਉਹ ਬਣਤ ਬਣਾ ਦਿੱਤੀ, ਮਨੁੱਖ ਵਾਸਤੇ ਪਰਮਾਤਮਾ ਵਿੱਚ ਮਿਲਾ ਦਿੱਤਾ। ਐਸੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਹੁਕਮ ਰਜਾਈ ਚੱਲਣਾ, ਗੁਰਮੁਖ ਗਾਡੀ ਰਾਹੋ ਚਲਾਇਆ, ਪੂਰੇ ਪੂਰਾ ਥਾਟ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।